ਇਹ ਕੱਚਾ ਰਸਤਾ ਤੇ ਪਾਣੀ ਇੱਥੋਂ ਆਉਂਦਾ ਵਧੀਆ ਆਉਂਦਾ ਹਾਂ ਤੇ ਇੱਥੇ ਹੋ ਜਾਣਾ। ਫਿਰ ਸਾਡਿਆਂ ਕੋਠਿਆਂ ਦੇ ਨਾਲ ਤੋਂ ਲੰਘ ਕੇ ਤੇ ਇੱਕ ਪਰਾਂ ਛੱਪੜਾ ਲਹਿੰਦੇ ਵਾਲਾ ਹੁੰਦਾ ਸੀ, ਹਾਂ ਲੈਂਦੇ ਵਾਲਾ ਉਹਦੇ ਵਿੱਚ ਪਾਣੀ ਲੰਘ ਕੇ ਤੇ ਅੱਗੋਂ ਫਿਰ ਪਰਾਂ ਜਿਹੜਾ ਚੌਂਕ ਹੈ ਸਾਡਾ ਜਾਂ ਜਿਹੜੇ ਲਹਿੰਦੇ ਵਾਲੇ ਦੇ ਜਿਹੜੀਆਂ ਵਿੱਚ ਇਹ ਭਿੰਦਰ ਤੋਂ ਬਗਾਦਾ ਮੇਰਾ ਮਜ਼ਾਦ ਕਸ਼ਮੀਰ ਦੇ ਵਿੱਚ ਊਂਠ ਆਉਂਦੇ ਹੁੰਦੇ ਸਨ। ਇਸ ਰਸਤੇ ਤੋਂ ਲੰਘਦੇ ਹੁੰਦੇ ਇਹ ਪੁਰਾਣਾ ਰਸਤਾ ਰਸਤਾ ਹੁੰਦਾ ਸੀ। ਅੱਛਾ ਝੰਡੇ ਵਾਲੀ ਮੀਰ ਦਾ ਅੱਗੋਂ ਲਾਲਮ ਤੋਂ ਟੁੱਟ ਜਾਂਦੇ ਸਨ। ਅੱਛਾ ਉੱਥੋਂ ਵਾਪਸੀ ਤੇ ਇੱਥੇ ਸਾਡਾ ਇੱਕ ਕੰਮ ਹੁੰਦਾ ਸੀ, ਹਾਂ ਉਹ ਤਕਰੀਬਨ ਕਨਾਲ 2 ਕਨਾਲ ਉਸਨੇ ਰਕਬਾ ਮੱਲੇ ਆ। ਅੱਛਾ ਬਹੁਤ ਪੁਰਾਣਾ ਤੇ ਵੱਡਾ ਸਾਰਾ ਬੜਾ ਮਸ਼ਹੂਰ ਅੰਬ ਸੀ ਰਸਤਾ ਸੀ। ਅੱਛਾ ਇੱਥੇ ਆ ਕੇ ਊਂਠ ਸਾਹ ਵੀ ਲੈਂਦੇ ਸੀ ਜਿਹੜੇ ਸਾਹ ਲੈਂਦੇ ਸੀ, ਉਹ ਪਾਣੀ ਵਗੈਰਾ ਪੀਂਦੇ ਸਾਡੇ ਕੋਲੇ ਬਹਿ ਕੇ। ਅੱਛਾ ਇੱਥੇ ਸਾਡਾ ਸਾਰਾ ਮਹੱਲਾ ਮੰਜੀਆਂ ਲੈ ਆਉਂਦਾ, ਬਿਜਲੀ ਦਾ ਹੀ ਕੋਈ ਨਹੀਂ ਤੇ ਇੱਥੇ ਫਿਰ ਹੋਕਾ ਪਾ ਲੈਣਾ ਤੇ ਜਿਹੜੇ ਸਾਡੇ ਬਜ਼ੁਰਗ ਉਸੇ ਵਡੇਰੇ ਸਵੇਰੇ ਆ ਜਾਣਾ, ਸ਼ਾਮਾਂ ਤੱਕ ਕਿਤੇ ਬਹਿ ਕੇ ਤੇ ਪਿੰਡ ਨੂੰ ਤੇ ਇਸ ਮਹੱਲੇ ਨੂੰ ਬਚਾਉਣ ਵਾਸਤੇ ਬੰਨ ਬਣਾਇਆ ਘਰਾ ਲਾ ਕੇ। ਉਹਨਾਂ ਕਿਹਨੂੰ ਆਦੇ ਨੇ ਘਰਾ ਲਾ ਕੇ ਪਿੱਛੇ ਕੜਾ ਲਾ ਕੇ ਤੇ ਉਹਨਾਂ ਤੁਹਾਡੇ ਵਡੇਰਿਆਂ ਬਣਾਇਆ ਬਣਾਉਂਦੇ ਅਕਸਰ ਅਸੀਂ ਮੇਰਾ ਜੀ ਜੀ। ਅੱਛਾ ਮੈਨੂੰ ਇਹ ਜਗ੍ਹਾ ਤਕਰੀਬਨ ਇੱਥੇ ਜਿਹੜਾ ਉਹ ਵੱਡਾ ਅੰਬ ਹੁੰਦਾ ਸੀ, ਮਿਆਣਿਆਂ ਦਾ ਅੰਬ ਜਿਹਨੂੰ ਕਹਿੰਦੇ ਹੁੰਦੇ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਬਾਰਵਾਲ ਦੀ ਇੱਕ ਐਸੀ ਤਾਰੀਖੀ ਜਗ੍ਹਾ, ਤਾਰੀਖੀ ਰਸਤਾ ਜਿਹੜਾ ਪੁਰਾਣੇ ਵੇਲਿਆਂ ਦਾ ਕਹਿ ਲੋ ਕਿ 100 ਸਾਲ ਪਹਿਲੇ ਪੁਰਾਣਾ ਰਸਤਾ ਕਸ਼ਮੀਰ ਤੋਂ ਊਂਠਾਂ ਤੇ ਪੈਦਲ ਰਸਤਾ ਇਹ ਵਗਦਾ ਹਾ। ਇੱਥੋਂ ਬਾਰਵਾਲ ਤੋਂ ਗੁਜ਼ਰ ਕੇ ਲਾਲੇ ਮੂਸੇਵਾਲ ਊਂਠ ਜਾਂਦੇ ਸਨ, ਪੈਦਲ ਲੋਕ ਜਾਂਦੇ ਸਨ, ਸਫ਼ਰ ਕਰਦੇ ਸਨ। ਅੱਜ ਅਸੀਂ ਉੱਥੇ ਮੌਜੂਦ ਹਾਂ। ਬੰਨ ਵਾਲੀ ਸੜਕ ਰਸਤਾ ਉਹਦੇ ਬਾਰੇ ਤੇ ਇੱਥੋਂ ਪਾਣੀ ਗੁਜ਼ਰਦਾ ਹਾ ਕਿਸੇ ਵਕਤ ਜਿਸਲੇ ਹਾੜ ਆਉਂਦੇ ਸਨ, ਬਾਰਿਸ਼ਾਂ ਹੁੰਦੀਆਂ ਸਨ। ਉਸ ਜਗ੍ਹਾ ਤੇ ਅਸੀਂ ਮੌਜੂਦ ਹਾਂ। ਇਸ ਲਈ ਪੱਕੀ ਸੜਕ ਬਣ ਗਈ ਹੈ ਤੇ ਉਹਦੇ ਮੁਤਲਕ ਅਸੀਂ ਤੁਹਾਨੂੰ ਪੁਰਾਣੀਆਂ ਗੱਲਾਂ, ਤਾਰੀਖੀ ਗੱਲਾਂ ਦੱਸਣ ਵਾਸਤੇ ਮੇਰੇ ਨਾਲ ਮੇਰੇ ਦੋ ਭਾਈ ਮੌਜੂਦ ਨੇ, ਮੀਆਂ ਰਿਆਜ਼ ਸਾਹਿਬ ਤੇ ਲਾਲਾ ਮੰਜ਼ੂਰ। अस्सलाम वालेकुम जी मियाँ जी। मियाँ जी की हाल है? ठीक ठाक हो जी मियाँ जी? ਇਹ ਜਿਹੜਾ ਰਸਤਾ ਹੈ ਪੁਰਾਣਾ ਵਗਦਾ ਰਸਤਾ ਹੈ जी बिल्कुल है। तकरीबन मेरी उम्र 60 साल हो गई है जी जी। मैं जिस वक्त ही होश संभाली उस वक्त राह कच्चा ਹੁੰਦਾ ਸੀ, ਇਹ ਕੱਚਾ ਰਸਤਾ ਤੇ ਪਾਣੀ ਇੱਥੋਂ ਆਉਂਦਾ ਵਧੀਆ ਆਉਂਦਾ ਤੇ ਇੱਥੇ ਹੋ ਜਾਣਾ। ਫਿਰ ਸਾਡਿਆਂ ਕੋਠਿਆਂ ਦੇ ਨਾਲ ਤੋਂ ਲੰਘ ਕੇ ਤੇ ਇੱਕ ਪਰਾਂ ਛੱਪੜਾ ਲਹਿੰਦੇ ਵਾਲਾ ਹੁੰਦਾ ਸੀ, ਹਾਂ ਲੈਂਦੇ ਵਾਲਾ ਉਹਦੇ ਵਿੱਚ ਪਾਣੀ ਲੰਘ ਕੇ ਤੇ ਅੱਗੋਂ ਫਿਰ ਪਰਾਂ ਜਿਹੜਾ ਚੌਂਕ ਹੈ ਸਾਡਾ ਜਾਂ ਜਿਹੜੇ ਲਹਿੰਦੇ ਵਾਲੇ ਦੇ ਜਿਹੜੀਆਂ ਵਿੱਚ ਉੱਥੋਂ ਲੰਘ ਕੇ ਤੇ ਮਾਸਟਰ ਰੀਮੋਲਾ ਦੇ ਘਰਾਂ ਵੱਲ ਡੇਰ ਵੱਲ ਹੋ ਕੇ ਤੇ ਪੰਜਨ ਜਾਂਦਾ, ਪੰਜਨ ਝੰਡੇ ਵਾਲੀ ਦੇ ਖਿਲਰ ਜਾਂਦਾ। ਅੱਛਾ ਜਿਸੇ ਹਾੜ ਆਉਂਦੇ ਸਨ ਉਸੇ ਪਾਣੀ ਬਹੁਤ ਜ਼ਿਆਦਾ ਆਉਂਦਾ ਸੀ, ਬਹੁਤ ਜ਼ਿਆਦਾ। ਉਸਲੇ ਤੁਹਾਡੇ ਵਡੇਰਿਆਂ ਨੇ, ਪਿੰਡ ਵਾਲਿਆਂ ਨੇ ਇਹ ਬੰਨ ਬਣਾਇਆ, ਬੰਨ ਢੱਗਿਆਂ ਦੇ ਨਾਲ ਪਿੱਛੇ ਕਰਾ ਲਾ ਕੇ, ਢੱਗਿਆਂ ਨਾਲ ਪਹਿਲਾਂ ਨਾਲ ਤੇ ਇਹ ਜਿਹੜਾ ਬੰਨ ਬਣਾਉਂਦੇ ਸਨ ਤਾਂ ਕਿ ਪਾਣੀ ਜਿਹੜਾ ਇੱਧਰ ਅਗਾਂਹ ਨਿਕਲ ਜਾਏ। ਅਗਾਂਹ ਦੱਖਣ ਦੇਖੋ ਜ਼ਿਆਦਾ ਪਾਣੀ ਆਉਂਦਾ ਸੀ ਤੇ ਬੰਨ ਕਿਸ ਟਾਈਮ ਟੁੱਟ ਵੀ ਜਾਂਦਾ ਸੀ, ਬੰਨ ਟੁੱਟ ਵੀ ਜਾਂਦਾ। ਜੀ ਜੀ। ਅੱਛਾ ਅੱਛਾ। ਇਹ ਕਿੰਨੇ ਸਾਲ ਪੁਰਾਣੀ ਗੱਲ ਹੈ ਕਿ ਬੰਨ ਬਣਾਇਆ? ਤਕਰੀਬਨ ਜਿਹੜਾ ਤੁਹਾਨੂੰ ਯਾਦ? ਮੇਰੀ ਹੁਣ ਤਕਰੀਬਨ 60 ਸਾਲ ਉਮਰ ਹੋ ਗਈ ਹੈ ਤੇ ਮੈਂ 7-8 ਸਾਲ ਦਾ ਹਾਂ ਤੇ ਮੇਰੇ ਸਾਡੇ ਤੋਂ ਪਹਿਲਾਂ ਦਾ ਬਣਿਆ ਰਾਹ ਜਿਹੜਾ ਇਹ ਭਿੰਦਰ ਤੋਂ ਬਗਾਦਾ ਮੇਰਾ ਮਜ਼ਾਦ ਕਸ਼ਮੀਰ ਦੇ ਵਿੱਚ ਊਂਠ ਆਉਂਦੇ ਹੁੰਦੇ ਸਨ। ਇਸ ਰਸਤੇ ਤੋਂ ਲੰਘਦੇ ਹੁੰਦੇ ਇਹ ਪੁਰਾਣਾ ਰਸਤਾ ਹੁੰਦਾ ਸੀ। ਅੱਛਾ ਅੱਛਾ। ਝੰਡੇ ਵਾਲੀ ਮੀਰ ਦਾ ਅੱਗੋਂ ਲਾਲਮ ਤੋਂ ਟੁੱਟ ਜਾਂਦੇ ਸਨ। ਅੱਛਾ। ਉੱਥੋਂ ਵਾਪਸੀ ਤੇ ਇੱਥੇ ਸਾਡਾ ਇੱਕ ਕੰਮ ਹੁੰਦਾ ਸੀ, ਉਹ ਤਕਰੀਬਨ ਕਨਾਲ 2 ਕਨਾਲ ਉਸਨੇ ਰਕਬਾ ਮੱਲੇ ਸੀ। ਅੱਛਾ ਅੱਛਾ। ਬਹੁਤ ਪੁਰਾਣਾ ਤੇ ਵੱਡਾ ਸਾਰਾ ਅੰਬ ਸੀ, ਬੜਾ ਮਸ਼ਹੂਰ ਅੰਬ ਸੀ, ਰਸਤਾ ਸੀ। ਅੱਛਾ ਇੱਥੇ ਆ ਕੇ ਊਂਠ ਸਾਹ ਵੀ ਲੈਂਦੇ ਸੀ ਜਿਹੜੇ ਸਾਹ ਲੈਂਦੇ ਸੀ, ਉਹ ਪਾਣੀ ਵਗੈਰਾ ਪੀਂਦੇ ਸਾਡੇ ਕੋਲੇ ਬਹਿ ਕੇ। ਅੱਛਾ ਇੱਥੇ ਸਾਡਾ ਸਾਰਾ ਮਹੱਲਾ ਮੰਜੀਆਂ ਲੈ ਆਉਂਦਾ, ਬਿਜਲੀ ਦਾ ਹੀ ਕੋਈ ਨਹੀਂ ਤੇ ਇੱਥੇ ਫਿਰ ਹੋਕਾ ਪਾ ਲੈਣਾ ਤੇ ਜਿਹੜੇ ਸਾਡੇ ਬਜ਼ੁਰਗ ਉਸੇ ਵਡੇਰੇ ਸਵੇਰੇ ਆ ਜਾਣਾ, ਸ਼ਾਮਾਂ ਤੱਕ ਕਿਤੇ ਬਹਿ ਕੇ ਤੇ ਦੁਪਹਿਰੀ ਗਰਮੀਆਂ ਚ ਆ ਕੇ ਇੱਥੇ ਆਪਣਾ ਟਾਈਮ ਮੈਂ ਖੁਦ ਇੱਥੇ ਮੰਜੀ ਖੇਡਦੇ ਵੀ ਆਏ ਅਸੀਂ, ਇੱਥੇ ਖੇਡਦੇ ਹੁੰਦੇ ਜੀ ਮੀਆਂ ਜੀ। ਇੱਥੇ ਕੋਡੀ ਦਾ ਮੈਚ ਵੀ ਹੁੰਦਾ ਸੀ ਇੱਥੇ। ਮੈਂ ਤੱਕਿਆ ਇੱਕ ਵਾਰੀ ਮਿਰਜ਼ਾ ਸਰਵਰ ਹੋਰੀ ਤੇ ਹੋਰ ਹੈ ਕੋਈ ਜੀ ਇਸ ਤਰ੍ਹਾਂ ਇੱਥੇ ਕੋਡੀ ਦਾ ਮੈਚ ਵੀ ਹੁੰਦਾ। ਭਾਈ ਇਸਲਾਮ ਮਿਰਜ਼ਾ ਇਸਲਾਮ ਔਰ ਮਿਰਜ਼ਾ ਇਸਲਾਮ ਸ਼ਹੀਦਾਂ ਤੇ ਮੇਰਾ ਮਤਲਬ ਹੈ। ਹਾਂਜੀ ਹਾਂਜੀ। ਅੱਛਾ ਮੀਆਂ ਜੀ ਇਹ ਦੱਸੋ ਕਿ ਉਸ ਲਈ ਇੱਥੇ ਪਾਣੀ ਖਲੋ ਜਾਂਦਾ, ਇੱਥੇ ਕੋਈ ਡੁੰਮ ਜਿਹਾ ਕੋਈ ਜਿਹੜਾ ਨਾ ਛੱਪੜਾ ਜਿਹਾ ਵੀ ਲੱਗ ਜਾਂਦਾ ਹੈ ਪਿੱਛੇ ਕੋਈ ਮਹੀਨਾ 2-3 ਰਹਿੰਦਾ ਸੀ, ਫਿਰ ਸੁੱਕ ਜਾਂਦਾ ਸੀ। ਇਹ ਸੁੱਕ ਜਾਂਦਾ ਕਿਉਂਕਿ ਇਹ ਸੜਕ ਕੀ ਹੁੰਦੀ ਸੀ ਨਾ, ਪਾਣੀ ਨਿਕਲ ਜਾਂਦਾ। ਅੱਛਾ ਇਹ ਟੁੱਟ ਜਾਂਦੀ ਸੀ। ਅੱਛਾ ਪਾਣੀ ਨਿਕਲ ਜਾਂਦਾ ਸੀ। ਅੱਛਾ ਅੱਛਾ ਅੱਛਾ। ਤੇ ਇਹ ਇੱਥੋਂ ਰਸਤਾ ਹੁਣ ਕਿੱਧਰ ਜਾਂਦਾ ਹੈ? ਹੁਣ ਆਬਾਦੀ ਹੋ ਗਈ ਹੈ, ਭਿੰਬਰ ਵੱਲ ਜਾਂਦੀ ਹੈ ਸੜਕ ਸਿੱਧਾ ਭਿੰਬਰ ਨੂੰ ਅੱਗੋਂ ਉਹ ਜਿਹੜੀ ਸੜਕ ਜਿਹੜੀ ਹੈ ਨਾ ਉਹ ਭੱਜਲੇ ਪੁਲ ਨੂੰ ਪੁਲ ਬੰਦ ਜਾ ਚੜਦਾ, ਉੱਥੇ ਜਾਂਦਾ ਇੱਕ ਤਰਫ ਫਾਸਪੁਰ ਨੂੰ ਜਾ। ਅੱਛਾ ਅੱਛਾ। ਤੇ ਇਸ ਪਾਸੇ ਰਸਤਾ ਹੁੰਦਾ ਹੈ ਬਾਗਾ ਵਾਲੇ ਤੋਂ, ਇਹ ਬਾਗਾ ਵਾਲੇ ਦੇ ਵਿੱਚ ਲੰਘ ਕੇ ਚੇਚੀਆਂ ਇਸੇ ਤਰ੍ਹਾਂ ਹੀ ਸੜਕ ਹੈ। ਅੱਛਾ ਅੱਛਾ। ਮੀਆਂ ਜੀ ਇਹ ਦੱਸੋ ਕਿ ਇੱਥੇ ਪਾਣੀ ਜਿਹੜਾ ਹਾੜ ਦਾ ਆਉਂਦਾ ਹੈ ਜਾਂ ਭਿੰਬਰ ਦਾ ਆਉਂਦਾ ਹਾੜ ਦਾ ਆਉਂਦਾ ਕਿਉਂ ਅੱਗੇ ਥਾਂ ਉੱਚੀ ਹੈ, ਇੱਥੇ ਭਿੰਬਰ ਦਾ ਪਾਣੀ ਨਹੀਂ ਚੜ ਸਕਦਾ। ਅੱਛਾ ਅੱਛਾ ਅੱਛਾ। ਪਿੰਡ ਨੂੰ ਤੇ ਇਸ ਮਹੱਲੇ ਨੂੰ ਬਚਾਉਣ ਵਾਸਤੇ ਬੰਨ ਬਣਾਇਆ ਘਰਾ ਲਾ ਕੇ
ਉਹਨਾਂ ਕਿਹਨੂੰ ਆਦੇ ਨੇ ਕਰਾ ਲਾ ਕੇ ਪਿੱਛੇ ਕਰਾ ਲਾ ਕੇ ਤੇ ਉਹਨਾਂ ਤੁਹਾਡੇ ਵਡੇਰਿਆਂ ਬਣਾਇਆ ਬਣਾਉਂਦੇ ਅਕਸਰ ਅਸੀਂ ਮੇਰਾ ਜੀ। ਅੱਛਾ ਮੈਨੂੰ ਦੱਸੋ ਅੰਬ ਵਾਲੀ ਜਗ੍ਹਾ ਜਿਹੜੀ ਉਹ ਕਿੱਥੇ ਜੇ? ਬੜੀ ਤਾਰੀਖੀ ਗੱਲਬਾਤ ਹੈ ਤੇ ਜਿਹੜਾ ਉਹ ਅੰਬ ਹੈ ਇਸ ਵੇਲੇ ਅਸੀਂ ਤੱਕਨੇ ਪਏ ਉਸ ਇਲਾਕੇ ਵਿੱਚ ਇਹ ਆਬਾਦੀ ਹੋ ਗਈ ਹੈ, ਸੜਕ ਬਣ ਗਈ ਹੈ, ਲੇਕਿਨ ਉਸ ਪੁਰਾਣੀ ਜਗ੍ਹਾ ਨੂੰ ਵਹਾਉਣ ਵਾਸਤੇ ਮੀਆਂ ਰਿਆਜ਼ ਸਾਹਿਬ ਸਾਨੂੰ ਦੱਸਣ ਦੇ ਕਿ ਉਹ ਪੁਰਾਣਾ ਅੰਬ ਜਿਹੜਾ ਜਿੱਥੇ ਵਡੇਰੇ ਬਹਿੰਦੇ ਸਨ, ਪਿੰਡ ਤਕਰੀਬਨ ਅੱਧੇ ਨਾਲੋਂ ਜ਼ਿਆਦਾ ਪਿੰਡ ਇੱਥੇ ਆਉਂਦਾ ਹੁੰਦਾ ਸੀ। ਮੈਂ ਕਹਿੰਦਾ ਤਕਰੀਬਨ ਕੋਈ 40-50 ਮੰਜੀਆਂ ਹੁੰਦੀਆਂ 40-50 ਮੰਜੀਆਂ। ਮਾਸ਼ਾਅੱਲਾ ਮੇਰਾ ਰੌਣਕਾਂ ਲੱਗੀ। ਕਿਹੜੀ ਮੇਰੀ ਜਗ੍ਹਾ ਤਕਰੀਬਨ ਕੋਈ ਅੰਦਾਜ਼ਾ ਇਸ ਲਈ ਅੰਬ ਤੇ ਖਤਮ ਹੋ ਗਿਆ ਹੁਣ? ਇਹ ਜਗ੍ਹਾ ਅੱਛਾ ਤਕਰੀਬਨ ਇੱਥੇ ਜੇ ਜਿਹੜਾ ਉਹ ਵੱਡਾ ਅੰਬ ਹੁੰਦਾ ਸੀ, ਮਿਆਣਿਆਂ ਦਾ ਅੰਬ ਜਿਹਨੂੰ ਕਹਿੰਦੇ ਹੁੰਦੇ। ਅੱਛਾ ਇਸ ਪਾਸੋਂ ਪਾਣੀ ਵੀ ਲੰਘਦਾ ਹੁੰਦਾ ਸੀ, ਉਹ ਜਰਾ ਮੈਨੂੰ ਨਿਸ਼ਾਨੀ ਕਰਾਓ ਇੱਥੋਂ ਜੋ ਪਾਣੀ ਲੰਘਦਾ ਹੁੰਦਾ ਸੀ। ਉਹ ਪਾਣੀ ਇੱਧਰ ਆਉਂਦਾ ਸੀ ਜਿਸ ਟਾਈਮ ਤੇ ਥੋੜਾ ਉੱਥੋਂ ਹੀ ਘਰਲਾ ਪੈ ਜਾਂਦੀਆਂ ਸਨ। ਉੱਥੋਂ ਜਾਂਦੀ ਸੀ ਸੜਕ ਤੇ ਉਹ ਫਿਰ ਜਿੱਥੇ ਸਾਡੇ ਮਕਾਨ ਬਣੇ ਨੇ ਕਿੱਕਰ ਨੇ ਇੱਥੋਂ ਪਾਣੀ ਤਰ੍ਹਾਂ ਲੈਂਦੇ ਚਲੇ ਜਾਂਦੇ। ਅੱਛਾ ਇਹ ਥਾਂ ਨੀਵੀਂ ਸੀ। ਅੱਛਾ ਮੀਆਂ ਜੀ ਇਹਦੇ ਨਾਲ ਛਪੜੇ ਦੇ ਨਾਲ ਇੱਕ ਦਰਬਾਰ ਹੈ, ਪੀਰ ਝਾੜ ਦਰਬਾਰ ਆਖਦੇ ਨੇ, ਉਹ ਵੀ ਇਹਦੇ ਨਾਲ ਹੈ ਜੇ ਵੀ ਉੱਥੇ 9 ਗਜ਼ੀ ਕਬਰ ਹੈ। ਅੱਛਾ ਇਹ ਦੱਸੋ ਕਿ ਇਸ ਪਾਸੇ ਹੁਣ ਬਨਾਰਸ ਵਾਲੀ ਚੌਧਰੀ ਬਨਾਰਸ ਵਾਲੀ ਵਗਦੀ ਗਲੀ ਹੈ ਇਹ ਉਸ ਵੇਲੇ ਇੱਥੋਂ ਰਸਤਾ ਹੁੰਦਾ ਹਾਂ ਬਾਗਾਂ ਵਾਲੇ ਜਾਂਦੇ ਹੁੰਦੇ? ਬਿਲਕੁਲ ਇਹ ਬੰਦਾ ਹੁੰਦਾ ਸੀ ਇੱਥੇ ਇੱਥੇ ਨਾ ਉਹ ਜਿਹੜੀ ਗਲੀ ਹੈ ਨਾ ਪਰ ਇੱਥੇ ਰਾਹ ਹੁੰਦਾ ਸੀ, ਇੱਥੋਂ ਰਾਹ ਇਹਦੇ ਨਾਲ ਦਿੱਤੇ ਦੀ ਸੀ ਕਨਾਲ ਤੇ ਪੂਰਾ ਸਾਡੀ ਸੀ ਤੇ ਇੱਥੇ ਰਸਤਾ ਹੁੰਦਾ, ਇੱਥੋਂ ਰਸਤਾ ਸੀ। ਅੱਛਾ ਇੱਥੇ ਸ਼ੇਖਾਂ ਦੀ ਇੱਕ ਦੁਕਾਨ ਹੁੰਦੀ ਸੀ। ਅੱਛਾ ਇਹ ਬੜੀ ਤਾਰੀਖੀ ਜਗ੍ਹਾ ਜੀ, ਅੰਬ ਵਾਲਾ ਜਿਹੜਾ ਨਾ ਇਲਾਕਾ ਮਿਆਣਿਆਂ ਦੀ ਜਿਹੜੀ ਜਗ੍ਹਾ ਤੇ ਇੱਧਰ ਬੰਨ, ਇਹਦੇ ਮੁਤਲਕ ਅਸਾਂ ਅੱਜ ਇਹ ਵੀਡੀਓ ਬਣਾਈ ਹੈ ਤੇ ਯਕੀਨਨ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਸਾਡਾ ਵੀਡੀਓ ਬਣਾਉਣ ਦਾ ਕਿਸੇ ਦੀ ਦਿਲ ਆਜ਼ਾਰੀ ਨਹੀਂ ਹੈ, ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਹੈ ਕਿਹਦੀ ਜਗ੍ਹਾ ਹੈ ਕੌਣ ਹੈ, ਲੇਕਿਨ ਸਾਡਾ ਮਕਸਦ ਹੈ ਕਿ ਪੁਰਾਣੀ ਤੇ ਤਾਰੀਖੀ ਗੱਲਬਾਤ ਨੂੰ ਮਾਲੂਮਾਤ ਦੇ ਤੌਰ ਤੇ ਤੁਹਾਡੇ ਤੱਕ ਪਹੁੰਚਾਈਏ। ਇਹਨੂੰ ਪਸੰਦ ਕਰੋ, ਜ਼ਿਆਦਾ ਸ਼ੇਅਰ ਕਰੋ। ਇਨਸ਼ਾਅੱਲਾ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ।